ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਹਰਸਿਮਰਨ ਕੌਰ। ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਲੈ ਕੇ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਤੇ ਉਸੇ ਤਰ੍ਹਾਂ ਸਾਡੇ ਨਾਲ ਖਬਰਾਂ ਤੇ ਚਰਚਾ ਕਰਨ ਦੇ ਲਈ ਹੋਣਗੇ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ। ਪੰਨੂ ਸਾਹਿਬ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਹਰਸਿਮਰਨ ਜੀ, ਸਤਿ ਸ੍ਰੀ ਅਕਾਲ। ਇਸ ਤੋਂ ਪਹਿਲਾਂ ਕਿ ਤੁਸੀਂ ਸਵਾਲਾਂ ਦੀ ਲੜੀ ਸ਼ੁਰੂ ਕਰੋ, ਮੈਂ ਕੁਝ ਜ਼ਰੂਰੀ ਗੱਲਾਂ ਦੋ ਤਿੰਨ ਕਰਨੀਆਂ ਚਾਹੁੰਦਾ। ਪਹਿਲੀ ਗੱਲ ਤਾਂ ਇਹ ਕਿ ਪ੍ਰਾਈਮ ਏਸ਼ੀਆ ਦੇ ਬਹੁਤ ਸਾਰੇ ਦਰਸ਼ਕਾਂ ਨੇ ਮੈਨੂੰ ਫੋਨ ਕਰਕੇ ਪੁੱਛਿਆ, ਨਿੱਜੀ ਤੌਰ ਦੇ ਉੱਤੇ ਮੈਸੇਜ ਭੇਜੇ WhatsApp ਦੇ, ਕਿ ਅੱਗੇ ਕੋਵਿਡ ਦੀ ਬਿਮਾਰੀ ਚੀਨ 'ਚੋਂ ਕਹਿੰਦੇ ਸੀ ਸ਼ੁਰੂਆਤ ਹੋਈ ਸੀ, ਸਾਰੀ ਦੁਨੀਆ ਵਿੱਚ ਖਿਲਾਰਾ ਪੈ ਗਿਆ, ਉਹਨੇ ਦੁਨੀਆ ਸਾਰੀ ਜਾਮ ਕਰਕੇ ਰੱਖ ਦਿੱਤੀ, ਕਰੋੜਾਂ ਦੀ ਗਿਣਤੀ 'ਚ ਮੌਤਾਂ ਹੋਈਆਂ ਸਨ। ਇਕੱਲੇ ਭਾਰਤ ਵਿੱਚ ਹੀ ਇੰਨੇ ਲੱਖਾਂ ਦੀ ਗਿਣਤੀ 'ਚ ਲੋਕ ਮਾਰੇ ਗਏ, ਜਿਹਦੇ ਬਾਰੇ ਅੱਡੋ ਅੱਡ ਰਾਏ ਰਿਪੋਰਟਾਂ ਨੇ। ਕੋਈ 6 ਲੱਖ ਦੱਸਦਾ, ਕੋਈ 15, ਕੋਈ 20, ਕੋਈ 40 ਲੱਖ ਤੋਂ ਟਪਾਈ ਜਾਂਦਾ। ਹੁਣ ਉਹ ਕਹਿੰਦੇ ਆ ਜੀ ਚੀਨ ਦੇ ਵਿੱਚੋਂ ਇੱਕ ਫਿਰ ਹੋਰ ਬਿਮਾਰੀ ਉੱਠਦੀ ਪਈ ਆ, ਉਹ ਕਹਿੰਦੇ ਬੜੀ ਸੀਰੀਅਸ ਆ, ਉਹ ਕਿੰਨੀ ਕੁ ਖਤਰਨਾਕ ਹੈ, ਭਾਰਤ ਵਿੱਚ ਉਹਦੇ ਬਾਰੇ ਕੀ ਹਾਲ ਆ, ਸਰਕਾਰ ਕੀ ਕਰਦੀ ਪਈ ਹੈ, ਸਵਾਲ ਪੁੱਛਿਆ ਜਾ ਰਿਹਾ। ਮੈਂ ਹਰਸਿਮਰਨ ਜੀ ਦੱਸਾਂ ਕਿ ਜਿਹੜੀ ਇਹ ਨਵੀਂ ਬਿਮਾਰੀ ਉੱਠ ਰਹੀ ਆ, ਇਹ ਇੱਕ ਕਿਸਮ ਦਾ ਜਿੱਦਾਂ ਫਲੂ ਹੁੰਦਾ, ਫਲੂ ਵਰਗੀ ਆ। ਵੇਖਣ ਨੂੰ ਹਲਕੀ ਬਿਮਾਰੀ ਜਾਪਦੀ ਆ, ਪਰ ਥੋੜੇ ਜਿਹੇ ਇਹਨੂੰ ਸੀਰੀਅਸਲੀ ਲਿਆ ਜਾ ਰਿਹਾ। ਇਸ ਨਵੀਂ ਬਿਮਾਰੀ ਦਾ ਨਾਂ H9N2 ਹੈ ਔਰ ਇਹ ਫਲੂ ਦੀ ਇੱਕ ਕਿਸਮ ਹੈ ਜਿਹਨੂੰ ਕਾਫੀ ਉੱਥੇ ਸੀਰੀਅਸਲੀ ਲਿਆ ਜਾ ਰਿਹਾ। ਭਾਰਤ ਸਰਕਾਰ ਨੇ ਵੀ ਵੱਖ-ਵੱਖ ਸੂਬਿਆਂ 'ਚ ਸਭ ਥਾਵਾਂ ਦੇ ਉੱਤੇ, ਭਾਰਤ ਦੇ ਸਾਰੇ ਸੂਬਿਆਂ 'ਚ ਇਹ ਹਦਾਇਤਾਂ ਜਾਰੀ ਕਰਦੀਆਂ ਨੇ ਕਿ ਹਸਪਤਾਲਾਂ ਨੂੰ ਕਹੋ ਪ੍ਰਬੰਧ ਆਪਣੇ ਪੂਰੇ ਰੱਖਣ। ਪਿਛਲੀ ਵਾਰੀ ਕੋਵਿਡ ਦੀ ਜਦੋਂ ਸਮੱਸਿਆ ਆਈ ਤੇ ਬਹੁਤ ਸਾਰੇ ਹਸਪਤਾਲਾਂ 'ਚ ਆਕਸੀਜਨ ਦੇ ਸਿਲੰਡਰ ਨਹੀਂ ਸੀ ਮਿਲਦੇ। ਸਾਡੇ ਜਲੰਧਰ ਵਿੱਚ 1 ਜਾਂ 2 ਹਸਪਤਾਲ ਸੀ ਜਿਨ੍ਹਾਂ ਨੇ ਆਕਸੀਜਨ ਪਲਾਂਟ ਲਾਏ ਸੀ, ਬਾਕੀਆਂ ਲਾਏ ਨਹੀਂ ਸੀ। ਉਹਨਾਂ ਤੋਂ ਬਿਨਾਂ ਬਾਕੀ ਸਾਰਿਆਂ ਨੂੰ ਸਮੱਸਿਆ ਸੀ। ਦਿੱਲੀ ਵਿੱਚ ਵੀ ਆਕਸੀਜਨ ਦੀ ਸਪਲਾਈ ਪੂਰੀ ਨਹੀਂ ਸੀ, ਬਾਕੀ ਥਾਵਾਂ ਤੇ ਵੀ ਨਹੀਂ ਸੀ। ਇਸ ਵਾਰੀ ਭਾਰਤ ਸਰਕਾਰ ਨੇ ਅਗੇਤਾ ਕਹਿਤਾ ਪ੍ਰਬੰਧ ਕਰੋ, ਤੇ ਚੰਗੀ ਗੱਲ ਹੈ, ਜਿੱਥੇ ਜਿੱਥੇ ਹੋਵੇ ਪ੍ਰਬੰਧ ਕਰਨਾ ਚਾਹੀਦਾ, ਬਾਕੀਆਂ ਨੂੰ ਵੀ ਸੁਚੇਤ ਰਹਿਣਾ ਚਾਹੀਦਾ। ਪਰ ਡਰਨ ਵਾਲੀ ਏਡੀ ਵੀ ਗੱਲ ਕੋਈ ਨਹੀਂ, ਇਹ ਕੋਵਿਡ ਵਰਗੀ ਖਤਰਨਾਕ ਨਹੀਂ। ਦੂਸਰੀ ਮੈਂ ਬੇਨਤੀ ਕਰਾਂ ਕਿ ਪਿਛਲੇ 3-4 ਦਿਨਾਂ ਤੋਂ ਲਗਾਤਾਰ ਇਹ ਸਵਾਲ ਪੁੱਛਿਆ ਜਾ ਰਿਹਾ ਕਿ ਇੱਕ ਪਨੌਤੀ ਲਫ਼ਜ਼ ਬੜਾ ਇਸ ਵੇਲੇ ਭਾਰਤ ਦੀ ਰਾਜਨੀਤੀ 'ਚ ਚਰਚਾ 'ਚ ਹੈ। ਪਹਿਲਾਂ ਤਾਂ ਇਸ ਕਰਕੇ ਕਿ ਵਿਰੋਧੀ ਧਿਰ ਦੀ ਸਭ ਤੋਂ ਵੱਡੀ ਪਾਰਟੀ ਕਾਂਗਰਸ ਦੇ ਲੀਡਰ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਪਨੌਤੀ ਲਫ਼ਜ਼ ਵਰਤਿਆ। ਮੈਂ ਨਿੱਜੀ ਤੌਰ ਤੇ ਸਮਝਦਾ ਕਿ ਰਾਹੁਲ ਗਾਂਧੀ ਨੂੰ ਇਹ ਲਫ਼ਜ਼ ਨਹੀਂ ਸੀ ਵਰਤਣਾ ਚਾਹੀਦਾ। ਪ੍ਰਧਾਨ ਮੰਤਰੀ ਦੇ ਅਹੁਦੇ ਦਾ ਕੁਝ ਤਾਂ ਲਿਹਾਜ਼ ਰੱਖ ਲੈਣਾ ਚਾਹੀਦਾ। ਹੁਣ ਉਹਦੇ ਖਿਲਾਫ ਸ਼ਿਕਾਇਤਾਂ ਹੁੰਦੀਆਂ। ਦੂਸਰਾ, ਕੁਝ ਲੋਕ ਇਹ ਕਹਿੰਦੇ ਜਦੋਂ ਪ੍ਰਧਾਨ ਮੰਤਰੀ ਕਿਸੇ ਨੂੰ ਪੱਪੂ ਕਹਿਣ, ਕਿਸੇ ਨੂੰ ਕਹਿਣ ਉਹਨੇ 60 ਕਰੋੜ ਦੀ ਗਰਲਫ੍ਰੈਂਡ ਰੱਖੀ ਆ, ਜੇ ਪ੍ਰਧਾਨ ਮੰਤਰੀ ਸਾਹਿਬ ਇਹਨੇ ਨੀਵੇਂ ਪੱਧਰ ਦੀਆਂ ਗੱਲਾਂ ਕਰਨ ਤੇ ਵਿਰੋਧੀ ਵੀ ਕਰਨਗੇ, ਦੋਵਾਂ ਧਿਰਾਂ ਨੂੰ ਨਹੀਂ ਕਰਨੀਆਂ ਚਾਹੀਦੀਆਂ। ਪਰ ਜਿਹੜਾ ਸਵਾਲ ਵੱਡਾ ਪੁੱਛਿਆ ਜਾ ਰਿਹਾ ਉਹ ਇਹ ਕਿ ਪਨੌਤੀ ਲਫ਼ਜ਼ ਹੈ ਕਿਹੜੀ ਭਾਸ਼ਾ ਦਾ। ਮੈਂ ਕਈ ਭਾਸ਼ਾ ਵਿਗਿਆਨੀਆਂ ਦੇ ਬਾਰੇ 'ਚ ਪਤਾ ਕੀਤਾ, ਜਿਨ੍ਹਾਂ ਨੇ ਆਪਣੇ ਵਿਚਾਰ ਦਿੱਤੇ। ਉਹ ਕਹਿੰਦੇ ਨਾ ਇਹ ਹਿੰਦੀ ਦਾ ਨਾ ਸੰਸਕ੍ਰਿਤ ਦਾ, ਨੇੜੇ ਤੇੜੇ ਦੀਆਂ 10-12 ਭਾਸ਼ਾਵਾਂ ਦੇ ਵਿੱਚੋਂ ਕਿਸੇ ਦਾ ਨਹੀਂ। ਪਰ ਸਥਾਨਕ ਬੋਲੀ 'ਚ ਕਈ ਲਫ਼ਜ਼ ਜਿਹੜੇ ਆ, ਜਿੱਦਾਂ ਅਸੀਂ ਕਹਿੰਦੇ ਰੋਟੀ ਰਾਟੀ, ਕੱਲ੍ਹ ਨੂੰ ਕੋਈ ਆਖੇ ਰਾਟੀ ਕਿਹਦਾ ਸ਼ਬਦ ਆ, ਇੱਦਾਂ ਕਈ ਲਫ਼ਜ਼ ਇਹੋ ਜਿਹੇ ਹੁੰਦੇ ਆ ਜਿਹੜੇ ਅਸੀਂ ਸਥਾਨਕ ਬੋਲੀ 'ਚ ਘੜੇ ਹੁੰਦੇ ਆ। ਉਹਨਾਂ 'ਚੋਂ ਇੱਕ ਲਫ਼ਜ਼ ਪਨੌਤੀ ਆ। ਇਹ ਸਭ ਤੋਂ ਪਹਿਲਾਂ ਫਿਲਮਾਂ ਦੇ ਵਿੱਚ 2011 'ਚ ਵਰਤਿਆ ਗਿਆ। ਉਦੋਂ ਇੱਕ ਫਿਲਮ ਆਈ ਸੀ ਚਿੱਲਰ ਪਾਰਟੀ, ਉਹਦੇ 'ਚ ਮੁੰਡੇ ਸਾਰਾ ਇੱਕ ਗਰੁੱਪ ਆ, ਉਹਨਾਂ 'ਚ ਇੱਕ ਮੁੰਡਾ ਲੱਕੀ ਆ, ਉਹਦਾ ਨਾਂ ਸਾਰਿਆਂ ਨੇ ਪਨੌਤੀ ਰੱਖਿਆ ਔਰ ਉਹਦੇ ਬਾਰੇ ਮਸ਼ਹੂਰ ਹੈ ਕਿ ਜਿਹੜੀ ਗੱਲ ਉਹ ਕਹਿੰਦਾ ਉਹਦੇ ਤੋਂ ਉਲਟ ਹੁੰਦਾ। ਭਾਰਤ ਪਾਕ ਦਾ ਕ੍ਰਿਕਟ ਮੈਚ ਉਸ ਫਿਲਮ 'ਚ ਵੇਖਦਿਆਂ ਉਹ ਜਿਹੜਾ ਕਹਿੰਦਾ ਵੀ ਇੱਥੇ ਹੁਣ ਸਿਕਸਰ ਲੱਗੂਗਾ, ਉੱਥੇ ਕੈਚ ਹੋ ਜਾਂਦਾ। ਜਿੱਥੇ ਉਹ ਕਹਿੰਦਾ ਕੈਚ, ਉੱਥੇ ਸਿਕਸਰ ਜਾਂ ਚੌਕਾ ਲੱਗ ਜਾਂਦਾ। ਫਿਰ ਉਹ ਅਖੀਰ ਤੇ ਜਾ ਕੇ ਕਹਿੰਦਾ ਹੁਣ ਆਪਣੀ ਟੀਮ ਜਿੱਤ ਜਾਣੀ, ਨਾਲ ਦੇ ਕਹਿੰਦੇ ਲਾਂਤ, ਇਹ ਹੁਣ ਇਹਨੇ ਮੈਚ ਹਰਾਤਾ, ਇਹਦਾ ਕਰਕੇ ਮੈਚ ਹਾਰੂਗਾ। ਉਹ ਜਿਹੜੀ ਗੱਲ ਸੀ ਉਹ ਕਿਉਂਕਿ ਪਨੌਤੀ ਲਫ਼ਜ਼ ਉੱਥੋਂ ਤੁਰਿਆ ਸੀ, ਉਹਨੂੰ ਵਰਤਿਆ ਗਿਆ। ਦੂਜਾ ਇਹ ਕਿ ਜਿਹੜਾ ਪਰੇਸ਼ ਰਾਵਲ ਹੈ, ਉਹਨੇ ਆਪਣੀਆਂ 2 ਫਿਲਮਾਂ ਦੇ ਵਿੱਚ ਇਸ ਲਫ਼ਜ਼ ਨੂੰ ਬੜੇ ਮਾੜੇ ਢੰਗ ਨਾਲ ਵਰਤਿਆ। ਇੱਕ ਥਾਂ ਤੇ ਆਪਣੀ ਪਤਨੀ ਨੂੰ ਵੀ ਕਹਿੰਦਾ ਤੂੰ ਪਤਨੀ ਆ ਕਿ ਪਨੌਤੀ। ਤੀਸਰਾ, ਇੱਕ ਪਾਗਲਪੰਤੀ ਫਿਲਮ ਆਈ ਸੀ, ਉਹਦੇ ਵਿੱਚ ਵੀ ਵਰਤਿਆ ਗਿਆ। ਇੱਕ ਭੋਜਪੁਰੀ ਮੂਵੀ ਆਈ ਸੀ, ਉਹਦੇ ਵਿੱਚ ਵੀ ਇਹ ਪੀਆ ਪਨੌਤੀ ਲਫ਼ਜ਼ ਵਰਤਿਆ ਗਿਆ ਸੀ। ਉਹਦੇ ਉੱਤੇ ਸ਼ਾਇਦ ਇਸ ਤਰ੍ਹਾਂ ਦੀ ਕਾਫੀ ਲੰਮੀ ਮੂਵੀ ਬਣ ਗਈ ਸੀ। ਇਹ ਲਫ਼ਜ਼ ਉੱਥੋਂ ਆਇਆ ਦੱਸਿਆ ਜਾਂਦਾ, ਪਰ ਫਿਰ ਵੀ ਮੈਂ ਇਸ ਗੱਲ ਦਾ ਕੋਈ ਦਾਅਵਾ ਨਹੀਂ ਕਰਦਾ ਕਿ ਜੋ ਮੈਂ ਦੱਸਿਆ ਉਹ ਠੀਕ ਹੈ।
ਅਜੇ ਅਗਲੇ ਦਿਨਾਂ 'ਚ ਹੋਰ ਗੱਲਾਂ ਵੀ ਸਾਹਮਣੇ ਆ ਸਕਦੀਆਂ। ਤੀਸਰੀ ਗੱਲ ਜਿਹੜੀ ਮੈਂ ਕਰਨੀ ਉਹ ਇਹ ਕਿ ਅੱਜ 26 ਨਵੰਬਰ ਆ, ਸਾਡੇ ਹਿਸਾਬ ਨਾਲ 26/11, ਜੇ ਅਮਰੀਕਾ ਦਾ ਹਿਸਾਬ ਹੋਵੇ ਤੇ ਉਹ 11/26 ਕਹਿਣਗੇ। ਉਹ 9/11 ਕਹਿੰਦੇ ਆ ਕਿਉਂਕਿ 11 ਤਰੀਕ ਸੀ ਤੇ 9ਵਾਂ ਮਹੀਨਾ ਸੀ। ਉਹ ਜੇ ਉਸ ਹਿਸਾਬ ਨਾਲ ਆਖੀਏ ਤੇ ਫਿਰ ਸਾਨੂੰ ਵੀ 11/26 ਨਹੀਂ, ਮਤਲਬ 26/11 ਜਿਹੜਾ ਅਸੀਂ ਕਹਿੰਦੇ ਆ ਉਹ 9/11 ਦੇ ਹਿਸਾਬ ਨਾਲ ਫਿਰ ਸਾਨੂੰ ਇਹ ਤੋਂ ਉਲਟ ਕਹਿਣਾ ਪਵੇਗਾ। ਹੁਣ ਇਹ ਜਿਹੜੀ ਘਟਨਾ ਵਾ ਸਾਡੇ ਨਾਲ ਸੰਬੰਧਿਤ ਇਸ ਕਰਕੇ ਆ ਕਿ 2008 ਦੇ ਵਿੱਚ ਮੁੰਬਈ 'ਚ ਭਾਰਤ ਦੇ ਵਿੱਚ ਸਭ ਤੋਂ ਵੱਡਾ ਅੱਤਵਾਦੀ ਹਮਲਾ ਹੋਇਆ ਸੀ, ਜਿਹੜਾ 7-8 ਦਿਨ ਲਗਾਤਾਰ ਭਾਰਤ ਸਰਕਾਰ ਦੀਆਂ ਵੱਖ-ਵੱਖ ਸੁਰੱਖਿਆ ਫੋਰਸਾਂ, ਕਮਾਂਡੋ ਦਸਤੇ ਲੜਦੇ ਰਹੇ ਤੇ ਜਿਹੜੇ ਪਾਕਿਸਤਾਨ ਤੋਂ ਕਰਾਚੀ ਤੋਂ ਚੱਲੀ ਇੱਕ ਕਿਸ਼ਤੀ 'ਚ ਆਏ ਸੀ, ਗੁਜਰਾਤ ਦੇ ਇੱਕ ਤੱਟ ਨੇੜੇ ਉਤਰ ਕੇ ਤੇ ਇੱਥੇ ਪਹੁੰਚੇ। ਇੱਥੇ ਆ ਕੇ ਉਹਨਾਂ ਨੇ ਕਹਿਰ ਵਰਤਾ ਦਿੱਤਾ ਸੀ। ਇਹਦੇ ਦੌਰਾਨ 166 ਮੌਤਾਂ ਹੋਈਆਂ ਸੀ, ਜਿਹਦੇ ਵਿੱਚੋਂ 16 ਘੱਟੋ ਘੱਟ ਦੂਸਰੇ ਦੇਸ਼ਾਂ 'ਚ ਦੇ ਸੀ। ਉਹਨਾਂ 'ਚ ਕੁਝ ਅਮਰੀਕਨ ਵੀ ਮਾਰੇ ਗਏ ਸਨ, ਕੁਝ ਇਸਰਾਈਲੀ ਜਿਹੜੇ ਨੇ ਯਹੂਦੀ, ਉਹਨਾਂ ਦੇ ਉੱਤੇ ਜ਼ਿਆਦਾ ਕਹਿਰ ਵਰਤਿਆ ਸੀ। ਉਹਦੇ ਤੋਂ ਬਾਅਦ ਉਹ ਬਾਕੀ ਮਾਰੇ ਗਏ। ਉਹਨਾਂ 'ਚੋਂ ਇੱਕ ਜਣਾ ਫੜਿਆ ਗਿਆ ਸੀ, ਅਜਮਲ ਆਮਰ ਕਸਾਬ। ਉਹ ਪਾਕਿਸਤਾਨੀ ਪੰਜਾਬ ਦੇ ਕਸੂਰ ਜ਼ਿਲ੍ਹੇ ਦੇ ਪਿੰਡ ਫਰੀਦਕੋਟ ਦਾ ਰਹਿਣ ਵਾਲਾ ਸੀ। ਬਕਾਇਦਾ ਮੁਕੱਦਮਾ ਚੱਲਣ ਤੋਂ ਬਾਅਦ ਉਹਨੂੰ ਫਾਂਸੀ ਦੇ ਦਿੱਤਾ ਗਿਆ ਸੀ। ਉਹ ਕਹਿੰਦਾ ਸੀ ਕਿ ਉਹਦੇ ਦੇਸ਼ ਦੀ, ਪਾਕਿਸਤਾਨ ਦੀ ਸਰਕਾਰ ਉਹਨੂੰ ਵਕੀਲ ਦੇਵੇ, ਪਰ ਪਾਕਿਸਤਾਨ ਦੀ ਸਰਕਾਰ ਨੇ ਉਹਨਾਂ ਚਿੱਠੀਆਂ ਦਾ ਤੇ ਉਹਨਾਂ ਸੁਨੇਹਿਆਂ ਦਾ ਜਵਾਬ ਨਹੀਂ ਦਿੱਤਾ। ਪਹਿਲਾਂ ਤਾਂ ਪਾਕਿਸਤਾਨ ਦੀ ਉਦੋਂ ਦੀ ਸਰਕਾਰ ਨੇ ਆਖਿਆ ਸੀ ਸਾਡਾ ਇਹ ਬੰਦਾ ਹੀ ਨਹੀਂ, ਸਾਡੇ ਦੇਸ਼ ਦਾ ਹੀ ਨਹੀਂ, ਝੂਠ ਬੋਲਦਾ। ਬਾਅਦ ਵਿੱਚ 1 ਮਹੀਨਾ ਲੰਘਣ ਤੋਂ ਬਾਅਦ ਜਦੋਂ ਸਾਰੇ ਉੱਥੋਂ ਦੇ ਟੀਵੀ ਚੈਨਲ ਵੀ ਕਹਿ ਚੁੱਕੇ ਸੀ ਕਿ ਕਸੂਰ ਜ਼ਿਲ੍ਹੇ ਦੇ ਫਰੀਦਕੋਟ ਪਿੰਡ ਦਾ, ਤੇ ਸਰਕਾਰ ਮੁੱਕਰਦੀ ਸੀ, 1 ਮਹੀਨੇ ਬਾਅਦ ਵਿਰੋਧੀ ਧਿਰ ਦੇ ਵਿੱਚ ਲੀਡਰ ਹੁੰਦਾ ਸੀ ਨਵਾਜ਼ ਸ਼ਰੀਫ। ਉਹਨੇ ਆਖਿਆ ਮੁੱਕਰਦੇ ਕਿਉਂ, ਜੇ ਤੁਸੀਂ ਕਹੋ ਮੁੰਡਾ ਗੁੰਮਰਾਹ ਹੋ ਗਿਆ, ਗਲਤ ਪਾਸੇ ਤੁਰ ਗਿਆ, ਅਸੀਂ ਨਹੀਂ ਭੇਜਿਆ, ਮੁੱਕਰੋਗੇ ਕਿੰਨੀ ਦੇਰ ਮੁੱਕਰੋਗੇ। ਫਿਰ ਪਾਕਿਸਤਾਨ ਦੀ ਸਰਕਾਰ ਨੂੰ ਮੰਨਣਾ ਪਿਆ ਸੀ ਵੀ ਉਹ ਸਾਡਾ ਹੀ ਹੈ, ਪਰ ਨਾਲ ਉਹਨਾਂ ਨੇ ਕਹਿ ਦਿੱਤਾ ਸੀ ਕਿ ਹੀ ਵਾਜ ਨਾਨ ਸਟੇਟ ਐਕਟਰ। ਨਾਨ ਸਟੇਟ ਐਕਟਰ ਦਾ ਮਤਲਬ ਕਿ ਸਰਕਾਰੀ ਤੌਰ ਤੇ ਨਹੀਂ, ਜੋ ਵੀ ਉਹਨੇ ਐਕਟਿੰਗ ਕੀਤੀ ਆ ਆਪਣੇ ਤੌਰ ਤੇ ਕੀਤੀ ਆ। ਉਹ ਜੋ ਵੀ ਹੋਇਆ ਹੋਵੇ, ਉਹਦੇ ਤੋਂ ਬਾਅਦ ਉਹਦੀ ਪੜਤਾਲ ਚੱਲਦੀ ਚੱਲਦੀ ਅਮਰੀਕਾ ਤੱਕ ਗਈ। ਡੇਵਿਡ ਕੋਲਮੈਨ ਹੈਡਲੀ, ਜਿਹਦਾ ਨਾਂ ਅਸਲੀ ਦਾਊਦ ਗਿਲਾਨੀ ਸੀ ਤੇ ਪਾਕਿਸਤਾਨੀ ਸੀ ਪਿੱਛੋਂ, ਉਹ ਜਾ ਕੇ ਅਮਰੀਕਾ 'ਚ ਸਿਟੀਜ਼ਨ ਬਣਿਆ, ਨਾਮ ਹੀ ਉਹਨੇ ਬਦਲਿਆ ਸੀ ਤੇ ਉੱਥੋਂ ਦੀ ਖੁਫੀਆ ਏਜੰਸੀ ਲਈ ਕੰਮ ਕਰਦਾ ਸੀ। ਉਹ ਫੜਿਆ ਗਿਆ। ਸਾਰੇ ਪਾਪ ਦੀ ਜੜ ਉਹ ਸੀ, ਫਾਂਸੀ ਲੱਗਣਾ ਚਾਹੀਦਾ ਸੀ, ਪਰ ਉਹ ਵਾਅਦਾ ਮੁਆਫ ਬਣ ਗਿਆ। ਉਹਨੇ ਆਪਣੇ ਨਾਲ ਇੱਕ ਸਹਾਇਕ ਰੱਖਿਆ ਸੀ, ਉਹ ਵੀ ਪਾਕਿਸਤਾਨੀ ਮੂਲ ਦਾ ਸੀ, ਤਹਵਰ ਹੁਸੈਨ ਰਾਣਾ। ਉਹਦਾ ਕੇਸ ਅਜੇ ਚੱਲਦਾ ਪਿਆ। ਪਰ ਭਾਰਤ ਦੇ ਵਿੱਚ ਜਦੋਂ ਵੀ ਇਹ ਨਵੰਬਰ ਆਉਂਦਾ, ਜਿਹੜੇ 166 ਲੋਕ ਮਾਰੇ ਗਏ, ਉਹਨਾਂ ਸਾਰਿਆਂ ਦਾ ਦਰਦ ਇੱਕ ਵਾਰੀ ਤਾਜ਼ਾ ਹੋ ਜਾਂਦਾ। ਖਾਸ ਤੌਰ ਤੇ ਜਿਹੜਾ ਉਸ ਵਕਤ IG ਰੈਂਕ ਦਾ ਅਫਸਰ ਹੇਮੰਤ ਕਰਕਰੇ ਲੜਦਾ ਮਾਰਿਆ ਗਿਆ ਸੀ, ਜਿਹਨੂੰ ਸਭ ਤੋਂ ਵੱਡਾ ਅਸ਼ੋਕ ਚੱਕਰ ਦਿੱਤਾ ਗਿਆ, ਭਾਰਤ ਸਰਕਾਰ ਨੇ ਦਿੱਤਾ ਸੀ। ਉਹਦੇ ਨਾਲ ਦਾ ਅਸ਼ੋਕ ਕਾਮਟੇ, ਕੁਝ ਹੋਰ ਲੋਕ, ਉਹਨਾਂ ਦੇ ਪਰਿਵਾਰਾਂ ਨੂੰ ਵੀ ਇਸ ਗੱਲ ਦਾ ਚੇਤਾ ਆਉਂਦਾ ਕਿ ਉਦੋਂ ਉਹਨਾਂ ਨੂੰ ਇਹ ਆਖਿਆ ਗਿਆ ਸੀ ਦੇਸ਼ ਦੇ ਸ਼ਹੀਦ ਹੈ, ਇਹਨਾਂ ਬਹੁਤ ਵੱਡੀ ਕੁਰਬਾਨੀ ਕੀਤੀ। ਪਰ ਸਮਾਂ ਪਾ ਕੇ ਜਦੋਂ ਰਾਜਨੀਤੀ ਬਦਲੀ ਤੇ ਫਿਰ ਇਹ ਕਿਹਾ ਜਾਣ ਲੱਗ ਪਿਆ ਕਿ ਇਹ ਤਾਂ ਬੜੇ ਪਾਪੀ ਸਨ, ਜਿਹੜੇ ਦੇਸ਼ ਨੇ ਉਹਨਾਂ ਨੂੰ ਅਸ਼ੋਕ ਚੱਕਰ ਦਿੱਤੇ ਸੀ, ਉਹਨਾਂ ਦੇ ਬਾਰੇ ਇੱਥੇ ਊਲ ਜਲੂਲ ਵੀ ਕਿਹਾ ਜਾਣ ਲੱਗ ਪਿਆ, ਜਿਹਦਾ ਕਰਕੇ ਉਹਦੇ ਪਰਿਵਾਰਾਂ 'ਚ ਰੋਸ ਵੀ ਹੈਗਾ। ਪਰ ਜੋ ਵੀ ਹੋਵੇ, ਅਸੀਂ ਇਸ ਮੌਕੇ ਬਾਕੀ ਗੱਲਾਂ ਛੱਡ ਕੇ ਇਹ ਸਮਝਦੇ ਹਾਂ ਕਿ ਉਸ ਵਕਤ ਤੇ ਬਹੁਤ ਮਾੜੀ ਘਟਨਾ ਵਾਪਰੀ ਸੀ। ਆਓ ਸੁੱਖ ਮੰਗੀਏ ਕਿ ਭਾਰਤ ਵਿੱਚ ਜਾਂ ਕਿਸੇ ਵੀ ਹੋਰ ਦੇਸ਼ ਵਿੱਚ ਮੁੜ ਕੇ ਕਦੇ ਕੋਈ ਇਹੋ ਜਿਹੀ ਘਟਨਾ ਨਾ ਵਾਪਰੇ। ਇਦੋਂ ਵੱਧ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ। ਹਰਸਿਮਰਨ ਜੀ, ਹੁਣ ਤੁਸੀਂ ਆਪਣੇ ਸਵਾਲ ਕਰ ਸਕਦੇ ਹੋ। ਜੀ ਬਿਲਕੁਲ ਠੀਕ ਹੈ ਪਨੂ ਸਾਹਿਬ। ਖਬਰਾਂ ਵਾਲੇ ਪਾਸੇ ਜੇਕਰ ਮੁੜਾ ਕੱਟੀਏ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਪੰਜਾਬ ਆਏ ਸਨ 2022 ਦੇ ਵਿੱਚ, ਤਾਂ ਉਦੋਂ ਉਹਨਾਂ ਦੀ ਸੁਰੱਖਿਆ ਕੁਤਾਹੀ ਦਾ ਮਾਮਲਾ ਸਾਹਮਣੇ ਆਇਆ ਸੀ। ਉਦੋਂ ਉਹਨਾਂ ਨੇ ਵੀ ਇਹ ਗੱਲ ਕਹੀ ਸੀ ਕਿ ਸ਼ੁਕਰ ਹੈ ਮੈਂ ਬਚ ਕੇ ਆ ਗਿਆ। ਹੁਣ ਇਹ ਮਾਮਲਾ ਦੁਬਾਰਾ ਤੋਂ ਸੁਰਖੀਆਂ ਦੇ ਵਿੱਚ ਆਇਆ ਪਨੂ ਸਾਹਿਬ, ਤੇ 7 ਪੁਲਿਸ ਅਧਿਕਾਰੀਆਂ ਤੇ ਗਾਜ਼ ਡਿੱਗੀ ਹੈ। ਤੁਸੀਂ ਇਸ ਮਾਮਲੇ ਨੂੰ ਕਿਵੇਂ ਦੇਖਦੇ ਹੋ? ਹਰਸਿਮਰਨ ਜੀ, ਮੈਨੂੰ ਉਸ ਵਕਤ ਦਾ ਪਲ ਪਲ ਚੇਤੇ ਹੈ। ਪਿਛਲੇ ਸਾਲ ਅਸੈਂਬਲੀ ਚੋਣਾਂ ਤੋਂ ਪਹਿਲਾਂ ਜਦੋਂ ਕਾਂਗਰਸ ਦੇ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਸੀ, ਉਹਨਾਂ ਦੇ ਵਕਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਉਣਾ ਸੀ ਫਿਰੋਜ਼ਪੁਰ। ਮੌਸਮ ਬਹੁਤ ਖਰਾਬ ਸੀ, ਮੀਂਹ ਵਰਦੇ 'ਚ 800-900 ਲੋਕ ਸਾਹਮਣੇ ਬੈਠੇ ਸੀ ਤੇ ਪੰਜਾਬ ਦਾ ਸਾਬਕਾ ਮੁੱਖ ਮੰਤਰੀ ਤੇ ਭਾਜਪਾ ਨਾਲ ਨਵਾਂ ਰਲਿਆ ਕੈਪਟਨ ਅਮਰਿੰਦਰ ਸਿੰਘ ਕੱਲਾ ਸਟੇਜ ਤੇ ਬੈਠਾ ਮੀਂਹ 'ਚ ਭਿੱਜਦਾ ਸੀ। ਪ੍ਰਧਾਨ ਮੰਤਰੀ ਸਾਹਿਬ ਬਠਿੰਡੇ ਆ ਕੇ ਉਤਰੇ। ਇੱਥੋਂ ਅੱਗੇ ਉਹਨਾਂ ਦਾ ਹੈਲੀਕਾਪਟਰ ਉੱਡ ਨਹੀਂ ਸੀ ਸਕਦਾ। ਉਹ ਸੜਕ ਦੇ ਰਸਤੇ ਗਏ। ਰਾਹ ਦੇ ਵਿੱਚੋਂ ਇੱਕ ਥਾਂ ਤੋਂ ਉਹਨਾਂ ਦੇ ਰਸਤੇ 'ਚ ਕੁਝ ਲੋਕ ਸਾਹਮਣੇ ਆ ਗਏ ਤੇ ਉਹਨਾਂ ਦੀਆਂ ਗੱਡੀਆਂ ਦਾ ਕਾਫਲਾ ਮੁੜ ਗਿਆ।
ਦੂਰੋਂ ਵੇਖਣ ਨੂੰ ਝੰਡੇ ਕਿਸਾਨਾਂ ਦੇ ਜਾਪਦੇ ਸਨ। ਬਾਅਦ ਵਿੱਚ ਪਤਾ ਲੱਗਾ ਕਿਸਾਨਾਂ ਦੇ ਨਹੀਂ, ਉਹ ਇੱਕ ਇਹੋ ਜਿਹੀ ਜਥੇਬੰਦੀ ਦਾ ਸੀ ਜਿਹੜੀ ਜਥੇਬੰਦੀ ਭਾਜਪਾ ਨਾਲ ਮਿਲ ਕੇ ਚੱਲਦੀ ਹੈ ਤੇ ਗਰੁੱਪ ਵੀ ਇੱਥੋਂ ਦਾ ਨਹੀਂ, ਤਲਵਾੜੇ ਤੋਂ ਆਇਆ ਸੀ। ਉਹ ਸਾਰੇ ਬੰਦੇ ਵੀ ਪਛਾਣੇ ਗਏ ਤੇ ਉਹਨਾਂ ਦਾ ਲੀਡਰ ਉਹ ਸੀ ਜਿਹੜਾ ਦਿੱਲੀ 'ਚ ਭਾਜਪਾ ਦੇ ਸਾਰੇ ਵੱਡੇ ਲੀਡਰਾਂ ਨਾਲ, ਕੇਂਦਰੀ ਮੰਤਰੀਆਂ ਨਾਲ ਵੀ ਫੋਟੋ ਖਿਚਾਈ ਫਿਰਦਾ ਤੇ ਉਹਦੀਆਂ ਵੀਡੀਓ ਮੌਜੂਦ ਸਨ। ਉਹਦੇ ਬਾਅਦ ਪ੍ਰਧਾਨ ਮੰਤਰੀ ਸਾਹਿਬ ਵਾਪਸ ਮੁੜੇ। ਉਹਨਾਂ ਬਠਿੰਡੇ ਏਅਰਪੋਰਟ ਤੋਂ ਵਾਪਸ ਦਿੱਲੀ ਨੂੰ ਜਾਣ ਲੱਗਿਆ ਪੁਲਿਸ ਅਫਸਰਾਂ ਨੂੰ ਇਹਨਾਂ ਆਖਿਆ, ਆਪਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕਹਿ ਦਿਓ ਕਿ ਮੈਂ ਤੇਰੇ ਰਾਜ 'ਚੋਂ ਜਿੰਦਾ ਬਚ ਕੇ ਨਿਕਲ ਚੱਲਿਆ। ਮੈਂ ਸਮਝਦਾ ਪ੍ਰਧਾਨ ਮੰਤਰੀ ਸਾਹਿਬ ਨੂੰ ਇਹੋ ਜਿਹੀ ਗੱਲ ਨਹੀਂ ਸੀ ਆਖਣੀ ਚਾਹੀਦੀ। ਚਲੋ ਉਹਨਾਂ ਨੇ ਆਖ ਦਿੱਤੀ, ਉਹਨਾਂ ਦੀ ਮਰਜ਼ੀ, ਉਹ ਮਾਮਲਾ ਉੱਥੇ ਰਹਿ ਗਿਆ। ਫਿਰ ਇਹਦੀ ਪੜਤਾਲ ਚੱਲੀ ਸੀ। ਉਸ ਪੜਤਾਲ ਦੇ ਵਿੱਚ ਇੱਕ ਪਾਸੇ ਪੰਜਾਬ ਪੁਲਿਸ ਨੇ, ਪੰਜਾਬ ਸਰਕਾਰ ਨੇ ਪੜਤਾਲ ਕਰਾਈ, ਦੂਸਰੇ ਪਾਸੇ ਕੇਂਦਰ ਦੇ ਗ੍ਰਹਿ ਮੰਤਰਾਲੇ ਨੇ। ਫਿਰ ਇਹ ਮਸਲਾ ਸੁਪਰੀਮ ਕੋਰਟ ਤੱਕ ਗਿਆ, ਉੱਥੋਂ ਵੀ ਪੜਤਾਲ ਹੋਈ। ਕਈ ਪੜਤਾਲਾਂ ਤੋਂ ਬਾਅਦ ਹੁਣ ਜਿਹੜੀ ਰਿਪੋਰਟ ਆਈ ਹੈ, ਉਸ ਵਕਤ ਦਾ ਜਿਹੜਾ ਐਸਪੀ ਉਸ ਖੇਤਰ ਦੇ ਵਿੱਚ ਸੀ ਜਿੱਥੇ ਰਸਤਾ ਰੋਕਿਆ ਗਿਆ, ਉਹਦੇ ਉੱਤੇ ਇਹ ਸਾਰਾ ਗੁੱਸਾ ਕੱਢਿਆ ਗਿਆ, ਉਹਨੂੰ ਸਸਪੈਂਡ ਕਰ ਦਿੱਤਾ। ਉਹਦੇ ਨਾਲ ਜਿਹੜਾ ਡੀਐਸਪੀ ਸੀ ਉਹਦੇ ਉੱਤੇ ਵੀ ਇਹ ਚਾਰਜ ਲੱਗਾ। ਉਹਦੇ ਨਾਲ ਦੇ 5-7 ਜਣੇ ਹੋਰ ਨੇ, ਉਹਨਾਂ ਨੂੰ ਵੀ ਸਸਪੈਂਡ ਕੀਤਾ ਗਿਆ। ਇਹ ਸਾਰੇ ਸਸਪੈਂਡ ਕਰ ਦਿੱਤੇ ਗਏ ਨੇ। ਪਰ ਇੱਕ ਸਵਾਲ ਹੋਰ ਹੈ ਜਿਹੜਾ ਅਜੇ ਤੱਕ ਉੱਠਦਾ, ਉਹ ਇੱਕ ਜਦੋਂ ਦਿਸਦਾ ਸੀ ਪ੍ਰਧਾਨ ਮੰਤਰੀ ਦਾ ਕਾਫਲਾ ਆ ਰਿਹਾ, ਜਿਹੜੇ ਉਹ ਤਲਵਾੜੇ ਤੋਂ ਆਏ ਲੋਕ ਸੀ, ਜਿਹੜਾ ਇੱਕ ਗਰੁੱਪ ਸੀ ਜਿਨ੍ਹਾਂ ਨੇ ਆ ਕੇ ਪ੍ਰਧਾਨ ਮੰਤਰੀ ਦਾ ਰਾਹ ਰੋਕਿਆ, ਜਿਨ੍ਹਾਂ ਦੇ ਝੰਡੇ ਵੀ ਪਛਾਣੇ ਗਏ, ਬੰਦੇ ਵੀ ਪਛਾਣੇ ਗਏ, ਉਹਨਾਂ ਦੀਆਂ ਫੋਟੋ ਵੀ ਆ ਗਈਆਂ ਕਿ ਕੇਂਦਰੀ ਮੰਤਰੀਆਂ ਦੇ ਨਾਲ ਨੇ। ਉਹਨਾਂ ਦੀ ਪੁੱਛਗਿੱਛ ਕਿਉਂ ਨਹੀਂ ਹੋਈ? ਕੀ ਉਹਨਾਂ ਨੂੰ ਇਸ ਕਰਕੇ ਛੱਡ ਦਿੱਤਾ ਜਾਵੇ ਕਿ ਉਹ ਕੇਂਦਰ ਵਿੱਚ ਰਾਜ ਕਰਦੀ ਪਾਰਟੀ ਦੇ ਨੇੜੇ ਨੇ? ਇਹ ਲੋਕਾਂ ਦੇ ਵਿੱਚ ਸਵਾਲ ਫਿਰ ਉੱਭਰ ਰਿਹਾ ਕਿ ਉਹਨਾਂ ਦੇ ਖਿਲਾਫ ਅੱਜ ਤੱਕ ਕਦੇ ਕੋਈ ਕਾਰਵਾਈ ਨਹੀਂ ਹੋਈ। ਦੂਸਰੇ ਕਈ ਹੋਰ ਵੀ ਸਵਾਲ ਨੇ। ਜਿਹੜਾ ਇਹ ਆਖਿਆ ਜਾਣਾ ਕਿ ਕਿਸਾਨਾਂ ਨੇ ਰਸਤਾ ਰੋਕਿਆ, ਕਿਸਾਨਾਂ ਨੇ ਰਸਤਾ ਨਹੀਂ ਸੀ ਰੋਕਿਆ, ਕਿਸਾਨਾਂ ਦਾ ਸਿਰਫ ਨਾਂ ਲੱਗਾ ਸੀ। ਉੱਪਰੋਂ ਜਿਹੜੇ ਨਾਅਰੇ ਲੱਗਦੇ ਉਹ ਹੋਰ ਸੀ, ਕਿਉਂਕਿ ਲਾਗੇ ਪਿੰਡ ਸੀ। ਥੱਲਿਓਂ ਜਿਹੜੇ ਨਾਅਰੇ ਲੱਗਦੇ ਉਹ ਕਿਸਾਨ ਲਾ ਰਹੇ ਸੀ, ਪਰ ਉਹ ਸੜਕ ਦੇ ਉੱਤੇ ਉੱਪਰ ਹਾਈਵੇ ਫਲਾਈਓਵਰ ਤੇ ਬਿਲਕੁਲ ਨਹੀਂ ਸੀ ਚੜੇ। ਫਲਾਈਓਵਰ ਤੇ ਜਿਹੜੇ ਲੋਕ ਚੜੇ ਸੀ ਉਹ ਇੱਥੋਂ ਦੇ ਨਹੀਂ, ਹੁਸ਼ਿਆਰਪੁਰ ਜ਼ਿਲ੍ਹੇ 'ਚੋਂ ਆਏ ਸੀ। ਉਹਨਾਂ ਦੇ ਮਾਮਲੇ ਵਿੱਚ ਇਹ ਸਾਰੀ ਜਾਂਚ ਰਿਪੋਰਟ 'ਚ ਕੀ ਆਖਿਆ ਗਿਆ, ਉਹਨਾਂ ਤੇ ਕੀ ਕਾਰਵਾਈ ਹੋਈ, ਅਜੇ ਤੱਕ ਕਿਸੇ ਕਿਸਮ ਦਾ ਕੋਈ ਪਤਾ ਲੱਗ ਨਹੀਂ ਸਕਿਆ। ਮੈਂ ਸਮਝਦਾ ਕਿ ਪੰਜਾਬ ਦੇ ਲੋਕ ਇਹ ਜ਼ਰੂਰ ਚਾਹੁੰਦੇ ਹੋਣਗੇ ਕਿ ਇਹ ਵੀ ਪਤਾ ਲੱਗ ਜਾਣਾ ਚਾਹੀਦਾ ਕਿ ਜਿਨ੍ਹਾਂ ਨੇ ਆ ਕੇ ਹਰਕਤ ਕੀਤੀ ਸੀ ਉਹਨਾਂ ਦੇ ਖਿਲਾਫ ਕੀ ਕਾਰਵਾਈ ਕੀਤੀ ਗਈ ਆ। ਪੁਲਿਸ ਅਫਸਰਾਂ ਦੇ ਵਿੱਚੋਂ ਜਿਹ ਤੋਂ ਕੋਈ ਕੋਤਾਹੀ ਹੋਈ ਆ, ਉਹਦੇ ਨਾਲ ਕਿਸੇ ਕਿਸਮ ਦੇ ਲਿਹਾਜ਼ ਦੀ ਮੰਗ ਅਸੀਂ ਨਹੀਂ ਕਰਦੇ। ਉਹ ਕਾਨੂੰਨ ਜਾਣੇ, ਉਹਨਾਂ ਦਾ ਮਹਿਕਮਾ ਜਾਣੇ ਤੇ ਸਰਕਾਰ ਜਾਣੇ। ਜੀ ਪਨੂ ਸਾਹਿਬ, ਹੁਣ ਤੁਹਾਨੂੰ ਪੰਜਾਬ ਤੋਂ ਸਿੱਧਾ ਰਾਜਸਥਾਨ ਲੈ ਕੇ ਜਾਣਾ ਹੈ। ਰਾਜਸਥਾਨ ਦੇ ਵਿੱਚ ਕੱਲ VOTING ਹੋਈ ਹੈ ਤੇ VOTING ਦੇ ਦੌਰਾਨ ਗੋਲੀਬਾਰੀ ਦੀ ਘਟਨਾਵਾਂ ਸਾਹਮਣੇ ਆਈਆਂ ਨੇ। ਹਾਲਾਂਕਿ ਕੋਈ ਨਵਾਂ ਵਰਤਾਰਾ ਨਹੀਂ ਹੈ, ਗਾਹੇ ਬਗਾਹੇ ਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ। ਪਰ ਪਨੂ ਸਾਹਿਬ, ਸਵਾਲ ਇਹ ਹੈ ਕਿ ਇਹ ਕਦੋਂ ਤੱਕ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿਣਗੀਆਂ? ਦੇਖੋ, ਘਟਨਾਵਾਂ ਜਿਹੜੀਆਂ ਇਸ ਤਰ੍ਹਾਂ ਦੀਆਂ ਨੇ ਅੱਗੇ ਬਹੁਤੀਆਂ ਵਾਪਰਦੀਆਂ ਹੁੰਦੀਆਂ ਸੀ, ਯੂਪੀ ਵਿੱਚ, ਬਿਹਾਰ ਵਿੱਚ। ਫਿਰ ਬਿਹਾਰ ਦੇ ਵਿੱਚੋਂ ਜਦੋਂ ਝਾਰਖੰਡ ਵੱਖਰਾ ਕਰ ਦਿੱਤਾ ਗਿਆ, ਝਾਰਖੰਡ 'ਚ ਨਕਸਲੀ ਐਕਟੀਵਿਟੀ ਜ਼ਿਆਦਾ ਸੀ। ਉੱਥੇ ਜ਼ਿਮੀਂਦਾਰਾਂ ਦੀਆਂ ਸੈਨਾ ਤੇ ਨਕਸਲੀਆਂ ਦੇ ਜਿਹੜੇ ਗਰੁੱਪ ਨੇ ਆਪੋ 'ਚ ਇੱਕ ਦੂਸਰੇ ਦੇ ਬੰਦੇ ਮਾਰਦੇ ਰਹਿੰਦੇ ਸੀ। ਉੱਥੇ ਬੂਥ ਕੈਪਚਰਿੰਗ ਜ਼ਿਆਦਾ ਹੁੰਦੀ ਸੀ। ਯੂਪੀ ਵਿੱਚ ਵੀ ਅੱਜ ਕੱਲ੍ਹ ਥੋੜ੍ਹੀ ਜਿਹੀ ਘਟੀ ਹੈ, ਕੁਛ ਅੱਗੇ ਨਾਲੋਂ ਫਰਕ ਪਿਆ। ਬਿਹਾਰ ਦੇ ਵਿੱਚ ਵੀ ਘਟੀ ਹੈ, ਝਾਰਖੰਡ 'ਚ ਅਜੇ ਚੱਲਦੀ ਆ, ਛੱਤੀਸਗੜ੍ਹ 'ਚ ਚੱਲਦੀ ਆ, ਮੱਧ ਪ੍ਰਦੇਸ਼ ਵਿੱਚ ਵੀ ਬਹੁਤ ਹੋ ਜਾਂਦੀ ਹੈ। ਰਾਜਸਥਾਨ 'ਚ ਬਹੁਤ ਘੱਟ ਹੁੰਦੀ ਸੀ। ਇਸ ਵਾਰੀ ਰਾਜਸਥਾਨ ਦੇ ਵਿੱਚੋਂ ਵੀ 1-2 ਥਾਵਾਂ ਤੋਂ ਬੂਥ ਕੈਪਚਰਿੰਗ ਦੀ ਰਿਪੋਰਟ ਆਈ। ਇੱਕ ਥਾਂ ਤੋਂ ਪੋਲਿੰਗ ਕਰਾਉਣ ਵਾਸਤੇ, ਵੋਟਾਂ ਪਾਉਣ ਵਾਸਤੇ ਜਿਹੜੀ ਸਰਕਾਰੀ ਟੀਮ ਗਈ ਸੀ, ਉਹ ਵੀ ਮਸ਼ੀਨਾਂ ਛੱਡ ਕੇ ਕਹਿੰਦੇ ਉਸ ਪੋਲਿੰਗ ਬੂਥ ਨੂੰ ਛੱਡ ਕੇ ਭੱਜ ਗਈ। ਇਹ ਨੌਬਤ ਆਈ ਤੇ ਇਹ ਮਾੜਾ ਹੋਇਆ। ਦੂਸਰੀ ਗੱਲ ਇਹ ਹੈ ਕਿ ਇੱਥੇ ਰਾਜਸਥਾਨ 'ਚ ਇਸ ਵੇਲੇ ਗਹਿ ਗੱਚ ਲੜਾਈ ਆ ਕਿ ਰਾਜ ਕਾਂਗਰਸ ਦਾ ਰਹਿੰਦਾ ਜਾਂ ਭਾਜਪਾ ਦਾ ਕੋਈ ਆਗੂ ਆ ਕੇ ਮੁੱਖ ਮੰਤਰੀ ਵਾਲੀ ਕੁਰਸੀ ਤੇ ਬਹਿੰਦਾ। ਇਸ ਗੱਲ ਦਾ ਕਰਕੇ ਉੱਥੇ ਖਿੱਚੋ ਤਣ ਬਹੁਤ ਸੀ। ਤਿੱਖੀ ਲੜਾਈ ਦੇ ਵਿੱਚ ਇੱਕ ਸੀਟ ਵਾਸਤੇ ਲੜਾਈ ਹੋ ਰਹੀ ਸੀਗੀ। ਉਹਦੇ 'ਚ ਇਸ ਵਾਰੀ ਜਿੰਨੀ VOTING ਹੋਈ ਆ 74.96% ਤੇ ਚਲੇ ਗਏ। ਇੰਨੀ ਰਾਜਸਥਾਨ 'ਚ ਅੱਜ ਤੱਕ ਕਦੇ ਹੋਈ ਨਹੀਂ। ਸਮਝਿਆ ਜਾਂਦਾ ਸੀ ਪਹਿਲਾਂ ਕਿ ਬਹੁਤੇ ਲੋਕ ਇੰਨੀ VOTING ਉਦੋਂ ਕਰਦੇ ਆ ਜਦੋਂ ਸਰਕਾਰ ਬਦਲਣੀ ਹੋਵੇ। ਆ ਪਹਿਲੀ ਵਾਰ ਅਸੀਂ ਸੁਣਿਆ ਕਿ ਉੱਥੇ ਸਰਕਾਰ ਬਦਲਣ ਵਾਸਤੇ ਹੈਵੀ VOTING ਨਹੀਂ ਹੋਈ। ਇਸ ਗੱਲ ਵਾਸਤੇ ਹੋਈ ਆ ਕਿ ਕੁਝ ਲੋਕ ਉਸ ਸਰਕਾਰ ਨੂੰ ਕਾਇਮ ਰੱਖਣਾ ਚਾਹੁੰਦੇ ਆ ਜਿਹੜੀ ਚੱਲਦੀ ਪਈ ਆ। ਹੁਣ ਕਾਇਮ ਰੱਖਣਾ ਚਾਹੁੰਦੇ ਕਿ ਨਹੀਂ ਚਾਹੁੰਦੇ, ਇਹ ਤਾਂ ਜਾ ਕੇ 3 ਦਸੰਬਰ ਨੂੰ ਨਤੀਜੇ ਆਉਣੇ ਤੇ ਫਿਰ ਪਤਾ ਲੱਗੂ। ਪਰ ਇੰਨੀ ਗੱਲ ਸਪਸ਼ਟ ਹੋ ਗਈ ਆ ਕਿ ਦੋਵਾਂ ਤਰ੍ਹਾਂ ਦੀ ਖਹਿਬਾਜ਼ੀ 'ਚ
ਭਾਜਪਾ ਵਾਲਿਆਂ ਨੇ ਆਪਣੇ ਵਰਕਰਾਂ ਨੂੰ, ਬੂਥ ਲੈਵਲ ਦੇ ਵਰਕਰਾਂ ਨੂੰ ਇਸ ਤਰ੍ਹਾਂ ਦਾ ਜ਼ੋਰ ਲਾਉਣ ਵਾਸਤੇ ਆਖਿਆ ਸੀ ਜਿੱਦਾਂ ਕਦੇ ਨਹੀਂ ਅੱਗੇ ਆਖਿਆ, ਤੇ ਕਾਂਗਰਸ ਵਾਲਿਆਂ ਵੀ ਆਖਿਆ ਸੀ। ਭਾਜਪਾ ਵਿੱਚ ਵੀ ਗੁੱਟਬੰਦੀ ਸੀ। ਉੱਥੇ ਦੋ ਗੁੱਟ, ਇੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਫਾਦਾਰੀ ਵਾਲਾ ਤੇ ਦੂਸਰਾ 2 ਵਾਰੀਆਂ ਦੀ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਦੀ ਵਫਾਦਾਰੀ ਵਾਲਾ। ਉਹਨਾਂ 'ਚ ਖਿੱਚੋਤਾਣ ਸੀ ਤੇ ਪੂਰੀ ਖਿੱਚੋਤਾਣ ਅਖੀਰ ਤੱਕ ਚੱਲੀ। ਕਾਂਗਰਸ ਵਿੱਚ ਵੀ 2 ਗਰੁੱਪ, ਇੱਕ ਮੁੱਖ ਮੰਤਰੀ, ਇੱਕ ਅਸ਼ੋਕ ਗਹਿਲੋਤ ਦਾ ਤੇ ਦੂਸਰਾ ਉਹਦੇ ਵਿਰੋਧੀ ਸਚਿਨ ਪਾਇਲਟ ਦਾ। ਅਖੀਰਲੇ ਵਕਤ ਤੱਕ ਇਹਨਾਂ ਦੀ ਵੀ ਖਹਿਬਾਜ਼ੀ ਚੱਲੀ ਹੈ। ਉਸ ਖਹਿਬਾਜ਼ੀ 'ਚ ਸਾਰਿਆਂ ਨੇ ਜ਼ੋਰ ਲਾਇਆ। ਭਾਜਪਾ ਨੇ ਅੱਜ ਕੱਲ੍ਹ ਬਾਕੀ ਥਾਵਾਂ ਤੇ ਅਹੁਦੇਦਾਰ ਪ੍ਰਧਾਨ, ਮੀਤ ਪ੍ਰਧਾਨ, ਸੈਕਟਰੀ, ਮੀਤ ਸੈਕਟਰੀ ਹੁੰਦੇ ਆ। ਇਹਨਾਂ ਨੇ ਅੱਜ ਕੱਲ੍ਹ ਇੱਕ ਹੋਰ ਅਹੁਦਾ ਰੱਖਿਆ, ਪੰਨਾ ਪ੍ਰਮੁੱਖ। ਉਹ ਇਹ ਹੈ ਕਿ ਵੋਟਰ ਲਿਸਟ, ਬੂਥ ਦਾ ਇੰਚਾਰਜ ਵੀ ਨਹੀਂ ਬਣਾਉਣਾ। ਬੂਥ 'ਚੋਂ ਜਿਹੜੀ ਵੋਟਿੰਗ ਲਿਸਟ ਆ ਉਹਦੇ ਇੱਕ ਸਫੇ ਦਾ ਇੱਕ ਇੰਚਾਰਜ ਬਣਾਉਣਾ, ਯਾਨੀ 70-80 ਵੋਟਰਾਂ ਦੇ ਉੱਤੇ, 60 ਵੋਟਰਾਂ ਦੇ ਉੱਤੇ ਇੱਕ ਇੰਚਾਰਜ ਬਣਾ ਦਿਓ। ਇੱਥੋਂ ਤੱਕ ਇਹਨਾਂ ਨੇ ਜ਼ਿੰਮੇਵਾਰੀਆਂ ਵੰਡ ਕੇ ਵੋਟਿੰਗ ਕਰਵਾਈ ਆ। ਸਾਰਿਆਂ ਥਾਵਾਂ ਦੇ ਉੱਤੇ ਆਪਣੇ ਵਰਕਰਾਂ ਨੂੰ ਲਾਮਬੰਦ ਕੀਤਾ। ਔਰ ਅਖੀਰਲੇ ਦਿਨਾਂ ਵਿੱਚ ਕਹਿੰਦੇ ਆ ਕਿ ਉੱਥੇ ਬਾਹਰੋਂ ਵੀ ਬੰਦੇ ਬਹੁਤ ਆ ਗਏ ਸਨ। ਇਹਨਾਂ ਦਾ ਕਿੰਨਾ ਅਸਰ ਪਿਆ ਪਤਾ ਨਹੀਂ। ਕਾਂਗਰਸ ਵਾਲਿਆਂ ਨੇ ਵੀ ਬਾਹਰੋਂ ਮੰਗਾਏ ਸਨ। ਇਹਨਾਂ ਦੇ ਜਿਹੜੇ ਬੰਦੇ ਬਾਹਰੋਂ ਗਏ ਸੀ ਉਹਨਾਂ ਨੇ ਜਾ ਕੇ ਕਿੰਨਾ ਕੁ ਅਸਰ ਪਾਇਆ, ਕਿੰਨਾ ਨਹੀਂ ਪਾਇਆ, ਮੈਨੂੰ ਪਤਾ ਨਹੀਂ। ਅਖੀਰਲੇ ਦਿਨ ਕੁਛ ਰੌਲਾ ਪੈਂਦਾ ਸੀ, ਫਲਾਨੀ ਪਾਰਟੀ ਬਾਹਰੋਂ ਮੰਗਾਏ, ਫਲਾਨੀ ਪਾਰਟੀ ਮੰਗਾਏ, ਪਰ ਚੋਣ ਕਮਿਸ਼ਨ ਨੇ ਕਿਸੇ ਨੂੰ ਬਾਹੋਂ ਫੜ ਕੇ ਕੱਢਿਆ ਨਹੀਂ, ਕਿਸੇ ਨੂੰ ਫੜ ਕੇ ਥਾਣੇ ਬਿਠਾਇਆ ਨਹੀਂ। ਮਾੜਾ ਮੋਟਾ ਕਿਤੇ ਹੋਇਆ ਹੋਵੇ ਤੇ ਵੱਖਰੀ ਗੱਲ ਆ। ਇੱਕ ਅੱਧੇ ਥਾਂ ਦੇ ਉੱਤੇ ਗੜਬੜ ਹੋਈ, ਮਾੜੀ ਮੋਟੀ ਕੋਈ ਹਿੰਸਾ ਹੋਈ, ਬਾਕੀ ਥਾਵਾਂ ਤੇ ਸੁੱਖ ਸਾਂਦਰਾ ਵੋਟਾਂ ਪੈ ਗਈਆਂ। ਇਹ ਵੀ ਆਪਣੇ ਆਪ 'ਚ ਬਹੁਤ ਵੱਡੀ ਗੱਲ ਆ। ਮੈਂ ਸਮਝਦਾ ਸ਼ੁਕਰ ਮਨਾਉਣਾ ਚਾਹੀਦਾ ਕਿ ਉੱਥੇ ਕੋਈ ਮਨੁੱਖੀ ਕਿਸੇ ਜਾਨ ਦਾ ਨੁਕਸਾਨ ਨਹੀਂ ਹੋਇਆ, ਕੋਈ ਖੂਨ ਨਹੀਂ ਵਗਿਆ। ਬਾਕੀ ਚੋਣ ਪ੍ਰਕਿਰਿਆ ਦਾ ਨਤੀਜਾ 3 ਦਸੰਬਰ ਨੂੰ ਆ ਜਾਏਗਾ। ਜੀ ਪਨੂ ਸਾਹਿਬ, ਰਾਸ਼ਟਰੀ ਰਾਜਧਾਨੀ ਦਿੱਲੀ ਦੇ ਵਿੱਚ 15 ਸਾਲ ਪਹਿਲਾਂ ਸਾਲ 2008 ਦੇ ਵਿੱਚ ਮਹਿਲਾ ਪੱਤਰਕਾਰ ਸੌਮਿਆ ਵਿਸ਼ਵਨਾਥਨ ਹੋਰਾਂ ਦਾ ਕਤਲ ਹੋਇਆ ਸੀ। ਤੇ ਹੁਣ 15 ਸਾਲ ਬਾਅਦ ਉਸ ਮਾਮਲੇ 'ਚ ਕਾਰਵਾਈ ਹੋਈ ਹੈ। ਪਨੂ ਸਾਹਿਬ, 2008 ਦਾ ਮਾਮਲਾ ਤੇ 23 ਦੇ ਵਿੱਚ ਕਾਰਵਾਈ ਕਿਵੇਂ ਆਂਕਦੇ ਹੋ ਜੀ? ਦੇਖੋ, ਇਹ ਤੋਂ ਪਹਿਲਾਂ ਨਿਰਭਇਆ ਕੇਸ ਵੀ ਹੋਇਆ ਸੀ। ਇੱਕ ਕੁੜੀ ਰਾਤ ਨੂੰ ਆਉਂਦੀ ਬੱਸ ਦੇ ਵਿੱਚ ਜੋ ਕੁਝ ਉਹਦੇ ਨਾਲ ਹੋਇਆ ਤੇ ਜਿਸ ਤਰ੍ਹਾਂ ਉਹਨੂੰ ਸਿੰਗਾਪੁਰ ਤੱਕ ਵੀ ਸਰਕਾਰ ਨੇ ਇਲਾਜ ਕਰਾ ਕੇ ਬਚਾਉਣ ਦਾ ਯਤਨ ਕੀਤਾ, ਬਚਾ ਨਹੀਂ ਸੀ ਸਕੀ। ਉਹ ਦੋਸ਼ੀ ਬਾਅਦ ਵਿੱਚ ਫੜੇ ਗਏ, ਉਹਨਾਂ ਨੂੰ ਫਾਂਸੀ ਵੀ ਲਾਇਆ ਗਿਆ। ਸਮਝਿਆ ਜਾਂਦਾ ਸੀ ਕਿ ਏਡੇ ਵੱਡੇ ਕਾਂਡ ਤੋਂ ਬਾਅਦ ਇਹੋ ਜਿਹੀਆਂ ਘਟਨਾਵਾਂ ਨਹੀਂ ਹੋਇਆ ਕਰਨਗੀਆਂ। ਫਿਰ ਉਸ ਤੋਂ ਬਾਅਦ ਇਹ ਸੌਮਿਆ ਵਿਸ਼ਵਨਾਥਨ ਦਾ ਕਤਲ ਹੋ ਗਿਆ। ਸੌਮਿਆ ਵਿਸ਼ਵਨਾਥਨ ਜਿਹੜੀ ਆ, ਇਹਦੇ ਨਾਲ ਉਹਦੇ ਨਾਲ ਥੋੜਾ ਵੱਖਰੀ ਕਿਸਮ ਦੀ ਘਟਨਾ ਸੀ। ਉਹਦੇ ਵਿੱਚ ਤਾਂ ਬਹੁਤ ਅਣਮਨੁੱਖੀਪੁਣਾ ਸੀ। ਇਹਦੇ ਵਿੱਚ ਵੀ ਕਤਲ ਹੁੰਦਾ ਹੀ ਅਣਮਨੁੱਖੀ ਹੈ। ਖੈਰ, ਇਹਦੇ ਵਿੱਚ ਉਹਦੇ ਨਾਲ ਥੋੜਾ ਫਰਕ ਸੀ। ਇਹ ਕੁੜੀ ਇੱਕ ਅੰਗਰੇਜ਼ੀ ਦੇ ਟੀਵੀ ਚੈਨਲ ਨਾਲ ਕੰਮ ਕਰਦੀ ਸੀ। ਰਾਤ ਦੀ ਸ਼ਿਫਟ ਤੋਂ ਆਈ ਤੇ ਲੁਟੇਰਿਆਂ ਨੇ ਲੁੱਟਣ ਦੇ ਚੱਕਰ ਵਿੱਚ ਜਿਸ ਤਰ੍ਹਾਂ ਨੂੰ ਮਾਰ ਦਿੱਤਾ, ਫਿਰ ਇਹ ਨਹੀਂ ਸੀ ਪਤਾ ਲੱਗਦਾ ਕਿ ਦੋਸ਼ੀ ਕੌਣ ਨੇ। ਥੋੜਾ ਚਿਰ ਬਾਅਦ ਇੱਕ ਕੁੜੀ ਦਾ ਹੋਰ ਇਸੇ ਤਰ੍ਹਾਂ ਰਾਤ ਨੂੰ ਕਤਲ ਹੋ ਗਿਆ। ਉਸ ਕਤਲ ਦੇ ਮਾਮਲੇ 'ਚ ਦਿੱਲੀ ਦੀ ਪੁਲਿਸ ਪੈੜ ਲੱਭਦੀ ਦੋਸ਼ੀਆਂ ਤੱਕ ਚਲੀ ਗਈ। ਜਦੋਂ ਦੋਸ਼ੀ ਫੜੇ ਗਏ ਤੇ ਫਿਰ ਉਹ ਫੋਰੈਂਸਿਕ ਜਾਂਚ ਵਿੱਚ ਪਤਾ ਲੱਗਾ ਕਿ ਜਿਹੜੇ ਹਥਿਆਰ ਤੋਂ ਉਸ ਕੁੜੀ ਦੇ ਕਤਲ ਵਾਸਤੇ ਗੋਲੀ ਚੱਲੀ ਸੀ, ਐਨ ਉਹ ਗੋਲੀ ਤੇ ਉਹ ਹਥਿਆਰ ਸੌਮਿਆ ਵਿਸ਼ਵਨਾਥਨ ਦੇ ਕਤਲ ਵਾਲੇ ਕੇਸ ਵਿੱਚ ਵੀ ਮਿਲਦਾ ਸੀ। ਦੋਵਾਂ ਦੀ ਆਪੋ ਵਿੱਚ ਫੋਰੈਂਸਿਕ ਰਿਪੋਰਟ ਮਿਲਦੀ ਹੋਣ ਕਰਕੇ ਇਹਨਾਂ ਤੋਂ ਪੁੱਛਗਿੱਛ ਕੀਤੀ ਤੇ ਉਹ ਸਾਰੀ ਡਿਟੇਲ ਨਿਕਲ ਆਈ ਤੇ ਸਰਕਮਸਟੈਂਸ਼ੀਅਲ ਐਵੀਡੈਂਸ ਵੀ ਜੁੜ ਗਈ ਤੇ ਇਹਨਾਂ ਦਾ ਪਤਾ ਲੱਗ ਗਿਆ ਕਿ ਇਹਨਾਂ ਨੇ ਕਤਲ ਕੀਤਾ ਸੀ। ਫਿਰ ਉਹ ਬਾਅਦ ਵਿੱਚ ਉਹਨਾਂ ਨੇ ਜਾ ਕੇ ਮੰਨ ਵੀ ਲਿਆ ਕਿ ਕਤਲ ਕੀਤਾ ਸੀ। ਇਹਨਾਂ 'ਚੋਂ 4 ਜਣਿਆਂ ਨੂੰ ਹੁਣ ਉਮਰ ਕੈਦ ਹੋਈ ਆ। ਜਿਹੜੇ ਕੇਸ ਵਿੱਚ ਇਹ ਪਹਿਲਾਂ ਫੜੇ ਗਏ ਉਹਦੇ ਵਿੱਚ ਇਹਨਾਂ ਦੇ ਵਿੱਚੋਂ 2 ਜਾਂ 3 ਜਣਿਆਂ ਨੂੰ ਫਾਂਸੀ ਦੀ ਸਜ਼ਾ ਹੋ ਗਈ ਸੀ, ਪਰ ਬਾਅਦ ਵਿੱਚ ਹਾਈ ਕੋਰਟ ਨੇ ਤੋੜ ਦਿੱਤੀ ਸੀ ਕਿ ਇਹ ਕੇਸ ਫਾਂਸੀ ਦੀ ਸਜ਼ਾ ਵਾਲਾ ਨਹੀਂ, ਕਤਲ ਦੀ ਸਜ਼ਾ ਇਹਨਾਂ ਨੂੰ ਮਿਲਣੀ ਚਾਹੀਦੀ ਆ। ਉਮਰ ਕੈਦ ਕਰ ਦਿੱਤੀ ਸੀ। ਹੁਣ ਸੌਮਿਆ ਵਿਸ਼ਵਨਾਥਨ ਵਾਲੇ ਕਤਲ ਕੇਸ ਦੇ ਵਿੱਚ ਵੀ ਜੱਜ ਸਾਹਿਬ ਨੇ ਫੈਸਲਾ ਦੇਣ ਲੱਗਿਆ। ਇਹ ਸੌਮਿਆ ਵਿਸ਼ਵਨਾਥਨ ਦੀ ਮਾਂ ਨੂੰ ਪੁੱਛਿਆ, ਬੀਬੀ ਮਾਧਵੀ ਨੂੰ, ਕਿ ਤੁਸੀਂ ਦੱਸੋ, ਤੇ ਉਹਨੇ ਆਖਿਆ ਜੀ ਇਨਸਾਫ ਤੁਸੀਂ ਕਰਨਾ। ਪਰ ਉਹ ਪਹਿਲਾਂ ਹੀ ਕਹਿ ਚੁੱਕੀ ਸੀ ਕਿ ਮੈਂ ਇਹਨਾਂ ਮੁੰਡਿਆਂ ਵਾਸਤੇ ਫਾਂਸੀ ਦੀ ਮੰਗ ਨਹੀਂ ਕਰਦੀ। ਇਹ ਨਹੀਂ ਕਿ ਉਹ ਰਹਿਮ ਦੇ ਹੱਕਦਾਰ ਆ। ਉਹਨੇ ਕਿਹਾ ਸੀ ਫਾਂਸੀ ਦੇ ਨਾਲ ਤਾਂ ਇੱਕੇ ਵਾਰੀ ਗੱਲ ਖਤਮ ਹੋ ਜਾਂਦੀ ਹੈ। ਅਸੀਂ ਆਪਣੀ ਧੀ ਨੂੰ ਅੱਜ ਵੀ ਡੀਕਦੇ ਹਾਂ ਕਿ ਘਰ ਵਾਪਸ ਆਊਗੀ, ਉਹ ਤਾਂ ਆਉਣੀ ਨਹੀਂ। ਅਸੀਂ ਆਪਣੇ ਘਰ 'ਚ ਇੱਕ ਕਿਸਮ ਦੀ ਕੈਦ ਕੱਟਦੇ ਪਏ, ਅਸੀਂ ਵੀ ਤੇ ਉਮਰ ਕੈਦ ਕੱਟ ਰਹੇ ਹਾਂ। ਇਹ ਵੀ ਬੰਦੇ ਜਿਉਂਦੇ ਰਹਿਣ, ਉਮਰ ਕੈਦ ਕੱਟਣ, ਜੇਲ੍ਹ ਵਿੱਚ ਪਲ ਪਲ ਤਿਲ ਤਿਲ ਕਰਕੇ ਇਹ ਸੋਚਿਆ ਕਰਨ ਕਿ ਇਹਨਾਂ ਨੇ ਕਿੱਡਾ ਵੱਡਾ ਪਾਪ ਕੀਤਾ ਸੀ। ਇਹ ਸਜ਼ਾ ਉਹਦੇ ਨਾਲ ਜ਼ਿਆਦੀ ਆ। ਅਸੀਂ ਸਮਝਦੇ ਹਾਂ ਕਿ ਇਹਨਾਂ ਨੂੰ ਉਮਰ ਕੈਦ ਹੋਣੀ ਚਾਹੀਦੀ ਆ, ਫਾਂਸੀ ਦੇ ਬਜਾਏ। ਉਹਨਾਂ ਨੇ ਆਖਿਆ ਸੀ ਕਿ ਸਾਡੀ ਇਸ ਗੱਲ ਤੇ ਤਸੱਲੀ ਹੈ ਕਿ ਅਦਾਲਤ ਨੇ ਉਮਰ ਕੈਦ ਦੇ ਦਿੱਤੀ ਹੈ। ਉਹਨਾਂ 'ਚੋਂ ਇੱਕ ਜਣਾ ਬਾਅਦ ਵਿੱਚ ਛੱਡ ਦਿੱਤਾ ਗਿਆ।
ਉਹਦਾ ਕਸੂਰ ਕਤਲ ਦਾ ਨਹੀਂ ਸੀ, ਕਤਲ ਵਿੱਚ ਭਾਈਵਾਲੀ ਦਾ ਨਹੀਂ ਸੀ। ਉਹਨਾਂ ਕਾਤਲਾਂ ਦੇ ਕੋਲ ਜਿਹੜਾ ਲੁੱਟ ਦਾ ਚੋਰੀ ਦਾ ਸਮਾਨ ਸੀ ਉਹ ਉਹਨੇ ਖਰੀਦਿਆ ਸੀ। ਉਹਦੀ ਸਜ਼ਾ 3 ਸਾਲ ਬਣਦੀ ਸੀ, ਉਹਦੇ ਨਾਲੋਂ ਵੱਧ 3.5 ਸਾਲ ਉਹ ਜੇਲ੍ਹ 'ਚ ਪਹਿਲਾਂ ਕੱਟ ਚੁੱਕਾ ਸੀ। ਇੱਕ ਕਾਨੂੰਨੀ ਸਥਿਤੀ ਇਹੋ ਹੈ ਕਿ ਜਿੰਨੀ ਕਿਸੇ ਨੂੰ ਸਜ਼ਾ ਦਿੱਤੀ ਹੋਵੇ, ਜੇ ਚੱਲਦੇ ਕੇਸ ਦੀ ਸੁਣਵਾਈ ਦੌਰਾਨ ਉਨੀ ਜਾਂ ਉਸ ਤੋਂ ਵੱਧ ਕੱਟ ਚੁੱਕਾ ਹੋਵੇ, ਉਹ ਸਜ਼ਾ ਵਿੱਚ ਗਿਣ ਕੇ ਉਹਨੂੰ ਛੱਡ ਦਿੰਦੇ ਹੁੰਦੇ ਆ। ਉਹਨੂੰ ਵੀ ਹੁਣ ਛੱਡ ਦਿੱਤਾ ਗਿਆ, ਪਰ ਬਾਕੀਆਂ ਨੂੰ ਉਮਰ ਕੈਦ ਦੀ ਸਜ਼ਾ ਹੋ ਗਈ ਆ। ਸਵਾਲ ਇਹ ਨਹੀਂ ਕਿ ਉਹਨਾਂ ਨੂੰ ਸਜ਼ਾ ਹੋ ਗਈ, ਸਵਾਲ ਇਹ ਨਹੀਂ ਕਿ ਉਹਨਾਂ ਨੂੰ ਫਾਂਸੀ ਦੇਣੀ ਕਿ ਨਹੀਂ। ਸਵਾਲ ਇਹ ਹੈ ਕਿ ਕੀ ਉਸ ਤੋਂ ਬਾਅਦ ਕੁੜੀਆਂ ਨੇ ਦਫ਼ਤਰਾਂ 'ਚ ਕਰਕੇ ਰਾਤ ਨੂੰ ਘਰਾਂ ਨੂੰ ਨਹੀਂ ਜਾਣਾ। ਸਵਾਲ ਇਹ ਹੈ ਕਿ ਕੀ ਉਹਨਾਂ ਦੀ ਉਸ ਤੋਂ ਬਾਅਦ ਰਾਖੀ ਦਾ ਕੋਈ ਪ੍ਰਬੰਧ ਹੋ ਗਿਆ। ਸਵਾਲ ਇਹ ਹੈ ਕਿ ਇਸ ਸਾਲ 2023 ਜਦੋਂ ਚੜ੍ਹਿਆ, ਪਿਛਲੇ ਤੇ ਇਸ ਸਾਲ ਦੀ ਵਿਚਕਾਰਲੀ ਰਾਤ ਨਵੇਂ ਸਾਲ ਮੌਕੇ ਇੱਕ ਕੁੜੀ ਨੂੰ ਰਾਹ ਵਿੱਚ ਧੂ ਕੇ ਲੈ ਗਏ। ਉਹਦੀ ਗੱਡੀ ਜਿਹੜੀ ਸੀ, ਉਹਦੀ ਸਕੂਟਰੀ 'ਚ ਗੱਡੀ ਮਾਰੀ ਔਰ 11 ਕਿਲੋਮੀਟਰ ਤੱਕ ਧੂਈ ਗਏ। 3 ਥਾਣਿਆਂ ਦੇ ਦਰਵਾਜ਼ਿਆਂ ਅੱਗੋਂ ਲੰਘੇ, ਕਿਸੇ ਪੁੱਛਿਆ ਨਹੀਂ। ਜੇ ਇਦਾਂ ਦੀਆਂ ਘਟਨਾਵਾਂ ਫਿਰ ਵਾਪਰੀ ਜਾਣੀਆਂ ਤੇ ਸਾਡੇ ਸਮਾਜ ਨੇ ਸਬਕ ਕੀ ਸਿੱਖਿਆ। ਇਹ ਬਹੁਤ ਜ਼ਰੂਰੀ ਗੱਲ ਹੈ ਕਿ ਸਮਾਜ ਨੂੰ ਸਬਕ ਵੀ ਸਿੱਖਣਾ ਚਾਹੀਦਾ। ਇਸ ਤਰ੍ਹਾਂ ਧੀਆਂ ਭੈਣਾਂ ਨਾਲ ਕੁਝ ਹੋਣਾ ਨਹੀਂ ਚਾਹੀਦਾ ਜੋ ਹੁੰਦਾ ਪਿਆ। ਜੀ ਬਿਲਕੁਲ ਠੀਕ ਹੈ ਪਨੂ ਸਾਹਿਬ। ਜਾਂਦੇ ਜਾਂਦੇ ਮਨੀਪੁਰ ਦੇ ਵਿੱਚ ਜਿਹੜੀਆਂ ਹਿੰਸਕ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਨੇ ਉਹਨਾਂ ਬਾਰੇ ਵੀ ਗੱਲਬਾਤ ਕਰ ਲੈਂਦੇ ਹਾਂ। ਬੀਤੇ ਕਾਫੀ ਸਮੇਂ ਤੋਂ ਮਨੀਪੁਰ ਦੇ ਵਿੱਚ ਹਿੰਸਾ ਜਾਰੀ ਹੈ ਤੇ ਬੀਤੇ ਕੱਲ ਫਿਰ ਤੋਂ ਇਹ ਘਟਨਾਵਾਂ ਸਾਹਮਣੇ ਆਈਆਂ ਨੇ। ਪਨੂ ਸਾਹਿਬ, ਇਹ ਹਿੰਸਕ ਘਟਨਾਵਾਂ ਕਦੋਂ ਥੰਮਣਗੀਆਂ ਜੀ? ਦੇਖੋ, ਮਈ ਤੋਂ ਲੈ ਕੇ ਕੁਝ ਹੁੰਦਾ ਪਿਆ। ਉੱਥੇ ਜਿਹੜਾ ਭਾਰੂ ਭਾਈਚਾਰਾ ਉਹ ਕਮਜ਼ੋਰ ਭਾਈਚਾਰੇ ਨੂੰ ਕੁੱਟੀ ਜਾ ਰਿਹਾ। ਕੱਲ ਤਾਂ ਇਹ ਵੀ ਪਤਾ ਲੱਗਾ ਕਿ ਵਿਧਾਨ ਸਭਾ ਦੀਆਂ ਜਿਹੜੀਆਂ ਕਮੇਟੀਆਂ ਨੇ ਉਹਨਾਂ ਦੇ 3 ਚੇਅਰਮੈਨ ਬਦਲ ਦਿੱਤੇ ਗਏ ਜਿਹੜੇ ਕਮਜ਼ੋਰ ਭਾਈਚਾਰੇ ਨਾਲ ਸੰਬੰਧਿਤ ਸੀ। ਆਖਿਆ ਤੇ ਇਹ ਆ ਕਿ ਉਹ ਆਪਣੀਆਂ ਜ਼ਿੰਮੇਵਾਰੀਆਂ ਨਹੀਂ ਸੀ ਨਿਭਾ ਰਹੇ, ਪਰ ਇਹਨਾਂ ਦੀ ਮਰਜ਼ੀ ਹੁੰਦੀ, ਜੇ ਸਪੀਕਰ ਚਾਹਵੇ ਤੇ ਇਹੋ ਜਿਹੀਆਂ ਗੱਲਾਂ ਅੱਖੋਂ ਪਰੋਖਾ ਕਰਕੇ ਵੀ ਰੱਖ ਲੈਂਦਾ। ਇੱਥੇ ਫੇਰ ਕੱਲ ਗੋਲੀ ਚੱਲ ਗਈ ਹੈ ਔਰ ਇੱਕ ਵਾਲੰਟੀਅਰ ਮਾਰਿਆ ਗਿਆ। ਉਸ ਗੋਲੀ ਤੋਂ ਬਾਅਦ ਜੇ ਹਾਲਾਤ ਭੜਕ ਪੈਣ, ਉੱਥੋਂ ਦੇ ਲੋਕ ਫਿਰ ਆਮੋ ਸਾਹਮਣੇ ਹੋ ਗਏ ਤੇ ਫਿਰ ਸੰਭਾਲਣ ਵਾਸਤੇ ਗ੍ਰਹਿ ਮੰਤਰਾਲਾ ਕੀ ਕਰੂ ਮੈਨੂੰ ਪਤਾ ਨਹੀਂ। ਅੱਗੇ ਹੁਣ ਤੱਕ ਲੋਕਾਂ ਦਾ ਰੋਸ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਸਾਰੀ ਦੁਨੀਆ 'ਚ ਜਾਂਦੇ ਆ ਤੇ ਉੱਥੇ ਨਹੀਂ ਗਏ। ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਆ ਕਿ ਮੇਰਾ ਮੁੱਖ ਮੰਤਰੀ ਉੱਥੇ ਬੈਠਾ, ਮੇਰਾ ਗਵਰਨਰ ਉੱਥੇ ਬੈਠਾ, ਮੇਰੇ ਗ੍ਰਹਿ ਮੰਤਰੀ ਅਮਿਤ ਸ਼ਾਹ ਉੱਥੇ ਜਾ ਆਏ ਨੇ, ਅਫਸਰ ਜਾ ਆਏ ਨੇ, ਮੈਨੂੰ ਇੱਕ ਪਲ ਦੀ ਖਬਰ ਹੈ, ਇਸ ਕਰਕੇ ਮੈਂ ਇੱਥੇ ਬੈਠਾ ਸਭ ਕੁਝ ਵੇਖ ਰਿਹਾ। ਸਥਿਤੀ ਕੰਟਰੋਲ ਵਿੱਚ ਲਿਆਉਣ ਦੇ ਯਤਨ ਹੋ ਰਹੇ ਨੇ। ਉੱਦਾਂ ਮੈਂ ਇਹ ਸਮਝਦਾ ਕਿ ਕੇਂਦਰ ਸਰਕਾਰ ਨੂੰ ਇਹਦੇ ਵੱਲ ਵੱਧ ਧਿਆਨ ਦੇਣਾ ਚਾਹੀਦਾ। ਪਿਛਲੇ ਸਮੇਂ 'ਚ ਬਣਦਾ ਧਿਆਨ ਦਿੱਤਾ ਨਹੀਂ ਗਿਆ ਤੇ ਜੇ ਹੁਣ ਵੀ ਧਿਆਨ ਨਾ ਦਿੱਤਾ ਗਿਆ ਤੇ ਕੱਲ੍ਹ ਨੂੰ ਹਾਲਾਤ ਵਿਗੜ ਗਏ ਤੇ ਫਿਰ ਬੜੀ ਮੁਸ਼ਕਲ ਅੱਗੇ ਸੰਭਾਲੇ ਸੀ, ਦੁਬਾਰਾ ਸੰਭਾਲਣੇ ਔਖੇ ਹੋ ਜਾਣਗੇ। ਇਸ ਕਰਕੇ ਕੱਲ੍ਹ ਜਿਹੜੀਆਂ ਘਟਨਾਵਾਂ ਵਾਪਰੀਆਂ ਨੇ ਇਹਨਾਂ ਨੂੰ ਧਿਆਨ 'ਚ ਰੱਖਦਿਆਂ ਕੇਂਦਰ ਸਰਕਾਰ ਨੂੰ ਦਖਲ ਦੇਣਾ ਚਾਹੀਦਾ ਤੇ ਵੇਲੇ ਸਿਰ ਦਖਲ ਦੇਣਾ ਚਾਹੀਦਾ। ਜੀ ਬਿਲਕੁਲ ਠੀਕ ਹੈ ਪਨੂ ਸਾਹਿਬ, ਤੁਸੀਂ ਸਾਡੇ ਨਾਲ ਜੁੜੇ ਖਬਰਾਂ ਤੇ ਚਰਚਾ ਕੀਤੀ, ਆਪਣਾ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਜੀ ਸ਼ੁਕਰੀਆ ਜੀ। ਪ੍ਰੋਗਰਾਮ ਨੂੰ ਸਮਿਟਣ ਦਾ ਵੇਲਾ ਹੋ ਗਿਆ ਜੀ। ਕੱਲ ਫਿਰ ਇਸੇ ਪ੍ਰੋਗਰਾਮ ਦੇ ਜ਼ਰੀਏ ਤੁਹਾਡੇ ਰੂਬਰੂ ਹੋਵਾਂਗੇ। ਉਦੋਂ ਤੱਕ ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ।